ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਮੈਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗਾ। ਇਸ ਸਾਖੀ ਵਿੱਚ ਗੁਰੂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਪ੍ਰੇਮ ਵਸ ਹੋ ਕੇ ਕਿਸ ਤਰ੍ਹਾਂ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਹ ਸਾਖੀ ਭਾਈ ਸਾਧੂ ਜੀ ਅਤੇ ਭਾਈ ਰੂਪੇ ਜੀ ਦੀ ਹੈ। ਇਹ ਦੋਨੋਂ ਪਿਓ ਪੁੱਤ ਹਨ ਅਤੇ ਲੱਕੜਾਂ ਵੱਢਣ ਦਾ ਕੰਮ ਕਰਦੇ ਹੁੰਦੇ ਸਨ। ਜੇਠ ਦਾ ਮਹੀਨਾ ਸੀ ਅਤੇ ਇਹ ਦੋਨੋਂ ਪਿਓ ਪੁੱਤ ਜੰਗਲ ਵਿੱਚ ਲੱਕੜਾਂ ਵੱਢਣ ਨੂੰ ਜਾਂਦੇ ਹਨ ਅਤੇ ਆਪਣੇ ਨਾਲ ਇੱਕ ਮਿੱਟੀ ਦੀ ਮਟਕੇ ਵਿੱਚ ਗਾਗਰ ਵਿੱਚ ਪਾਣੀ ਭਰ ਕੇ ਨਾਲ ਲੈ ਜਾਂਦੇ ਹਨ। ਜੰਗਲ ਵਿੱਚ ਪਹੁੰਚਣ ਤੋਂ ਬਾਅਦ ਵਿੱਚ ਭਾਈ ਸਾਧੂ ਜੀ ਉਸ ਪਾਣੀ ਦੇ ਮਟਕੇ ਨੂੰ ਇੱਕ ਜੰਡ ਦੇ ਰੁੱਖ ਦੇ ਹੇਠਾਂ ਟੰਗ ਦਿੰਦੇ ਹਨ। ਹੁਣ ਦੁਪਹਿਰਾ ਹੋ ਜਾਂਦਾ ਹੈ ਅਤੇ ਬਹੁਤ ਹੀ ਜ਼ਿਆਦਾ ਇਹਨਾਂ ਭਾਈ ਸਾਧੂ ਜੀ ਨੂੰ ਅਤੇ ਭਾਈ ਰੂਪੇ ਜੀ ਨੂੰ ਪਿਆਸ ਲੱਗਦੀ ਹੈ ਅਤੇ ਇਹਨਾਂ ਦਾ ਦਿਲ ਪਾਣੀ ਪੀਣ ਨੂੰ ਕਰਦਾ ਹੈ। ਜਦੋਂ ਭਾਈ ਰੂਪਾ ਜੀ ਪਾਣੀ ਲਿਆਉਣ ਲਈ ਜਾਂਦੇ ਹਨ, ਜਿਸ ਵੇਲੇ ਭਾਈ ਰੂਪਾ ਜੀ ਮਟਕੇ ਨੂੰ ਆਪਣੇ ਹੱਥ ਵਿੱਚ ਫੜਦੇ ਹਨ ਅਤੇ ਦੇਖਦੇ ਹਨ ਜੋ ਕਿ ਪਾਣੀ ਹੈ ਉਹ ਬਹੁਤ ਹੀ ਜ਼ਿਆਦਾ ਠੰਡਾ ਅਤੇ ਸ਼ੀਤਲ ਹੈ। ਅਤੇ ਇਹ ਵੇਖ ਕੇ ਭਾਈ ਰੂਪਾ ਜੀ ਜੋ ਜਲ ਦਾ ਘੜਾ ਸੀ ਮੋੜ ਜੰਡ ਨਾਲ ਹੀ ਲਟਕਾ ਦਿੰਦੇ ਹਨ ਅਤੇ ਵਾਪਸ ਆ ਕੇ ਭਾਈ ਸਾਧੂ ਜੀ ਨੂੰ ਕਹਿੰਦੇ ਹਨ ਕਿ ਜਲ ਤਾਂ ਬਹੁਤ ਹੀ ਜ਼ਿਆਦਾ ਸ਼ੀਤਲ ਹੈ। ਇਹ ਜਲ ਗੁਰੂ ਸਾਹਿਬ ਜੀ ਦੇ ਪੀਣ ਵਾਸਤੇ ਹੈ ਅਤੇ ਅਸੀਂ ਇਹ ਜਲ ਹੁਣ ਨਹੀਂ ਪੀਵਾਂਗੇ। ਇਹ ਜਲ ਪਹਿਲਾਂ ਸਾਡੇ ਗੁਰੂ ਸਾਹਿਬ ਹੀ ਛਕਣ। ਇੰਨੀ ਗੱਲ ਕਹਿ ਕਰਕੇ ਦੋਨੋਂ ਪਿਓ ਪੁੱਤਰ ਜੰਡ ਹੇਠਾਂ ਬੈਠ ਜਾਂਦੇ ਹਨ ਅਤੇ ਗੁਰੂ ਸਾਹਿਬ ਜੀ ਨੂੰ ਯਾਦ ਕਰਨ ਲੱਗ ਜਾਂਦੇ ਹਨ ਅਤੇ ਨਾਲ ਹੀ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਸਾਨੂੰ ਦਰਸ਼ਨ ਦਿਓ ਆਣ ਕੇ ਅਤੇ ਇਹ ਜਲ ਆਪ ਜੀ ਦੇ ਛਕਣ ਯੋਗ ਹੈ। ਪਹਿਲਾਂ ਆਪ ਜੀ ਇਸ ਸ਼ੀਤਲ ਜਲ ਨੂੰ ਆ ਕੇ ਛਕੋ ਅਤੇ ਫਿਰ ਅਸੀਂ ਪੀਵਾਂਗੇ। ਜਦੋਂ ਦੋਨੋਂ ਪਿਓ ਪੁੱਤਰ ਅਰਦਾਸ ਕਰਦੇ ਹਨ ਅਤੇ ਗੁਰੂ ਸਾਹਿਬ ਜੀ ਉਹਨਾਂ ਤੋਂ ਕਾਫੀ ਦੂਰ ਹੁੰਦੇ ਹਨ। ਕਈਆਂ ਥਾਵਾਂ 'ਤੇ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਵਿੱਚ 30 ਕੋਹ ਦੀ ਦੂਰੀ 'ਤੇ ਦੱਸਿਆ ਗਿਆ ਹੈ ਅਤੇ ਬਹੁਤ ਜ਼ਿਆਦਾ ਦੂਰੀ 'ਤੇ ਹੁੰਦੇ ਹਨ। ਤਾਂ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਇਹਨਾਂ ਦੀ ਅਰਦਾਸ ਪਹੁੰਚਦੀ ਹੈ ਅਤੇ ਗੁਰੂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਯਕਦਮ ਉੱਠ ਕੇ ਬੈਠਦੇ ਹਨ ਅਤੇ ਸੇਵਾਦਾਰਾਂ ਨੂੰ ਕਹਿੰਦੇ ਹਨ ਕਿ ਤੁਸੀਂ ਜਲਦੀ ਹੀ ਸਾਡੀ ਅਸਵਾਰੀ ਤਿਆਰ ਕਰਾਓ, ਸਾਨੂੰ ਜਲਦੀ ਹੀ ਜਾਣਾ ਪੈਣਾ ਹੈ। ਸਾਡਾ ਇੱਕ ਸਿੱਖ ਸਾਡੀ ਉਡੀਕ ਕਰ ਰਿਹਾ ਹੈ ਜਿਸ ਨੇ ਕਿ ਖਾਣਾ ਪੀਣਾ ਛੱਡ ਦਿੱਤਾ ਹੈ। ਸਾਨੂੰ ਜਲਦੀ ਹੀ ਹੁਣ ਜਾਣਾ ਪੈਣਾ ਹੈ। ਇਹ ਗੱਲ ਆ ਕੇ ਗੁਰੂ ਸਾਹਿਬ ਜੀ ਘੋੜੇ ਦੀ 'ਤੇ ਸਵਾਰ ਹੋ ਕੇ 30 ਕੋਹਾਂ ਦਾ ਰਸਤਾ ਝੱਟ ਹੀ ਕੁਝ ਘੜੀਆਂ ਵਿੱਚ ਹੀ ਪੂਰਾ ਕਰਕੇ ਅਤੇ ਉਹਨਾਂ ਦੋਨਾਂ ਪਿਓ ਪੁੱਤਰਾਂ ਕੋਲ ਪਹੁੰਚ ਜਾਂਦੇ ਹਨ। ਉਹ ਦੋਨੋਂ ਪਿਓ ਪੁੱਤਰ ਅੱਖਾਂ ਮੀਟ ਕੇ ਬੈਠੇ ਹੁੰਦੇ ਹਨ ਅਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਪਾਣੀ ਪਿਆਓ, ਸਾਨੂੰ ਬਹੁਤ ਪਿਆਸ ਲੱਗੀ ਹੈ, ਛੇਤੀ ਹੀ ਸਾਨੂੰ ਪਾਣੀ ਪਿਆ ਲਓ। ਇਹ ਆਵਾਜ਼ ਸੁਣ ਕੇ ਭਾਈ ਸਾਧੂ ਜੀ ਅਤੇ ਭਾਈ ਸਾਧੂ ਜੀ ਭਾਈ ਰੂਪੇ ਜੀ ਨੂੰ ਕਹਿੰਦੇ ਹਨ ਕਿ ਉੱਠੋ ਬੇਟਾ, ਗੁਰੂ ਜੀ ਆਏ ਹਨ, ਗੁਰੂ ਜੀ ਨੂੰ ਜਲ ਛਕਾਓ। ਦੋਨੋਂ ਪਿਓ ਪੁੱਤ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਮੱਥਾ ਟੇਕਦੇ ਹਨ ਅਤੇ ਸੋਹਣੀ ਚਾਦਰ ਵਿਛਾ ਕੇ ਗੁਰੂ ਸਾਹਿਬ ਜੀ ਨੂੰ ਉਸ ਉੱਪਰ ਬਿਠਾਉਂਦੇ ਹਨ
ਅਤੇ ਬੜੇ ਹੀ ਪਿਆਰ ਦੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਜਲ ਛਕਾਉਂਦੇ ਹਨ ਅਤੇ ਬਾਅਦ ਵਿੱਚ ਗੁਰੂ ਸਾਹਿਬ ਜੀ ਉਹਨਾਂ ਨੂੰ ਵੀ ਜਲ ਛਕਾ ਕੇ ਉਹਨਾਂ ਦੀ ਪਿਆਸ ਵੀ ਮਿਟਾਉਂਦੇ ਹਨ। ਉਹਨਾਂ ਦੋਨਾਂ ਪਿਓ ਪੁੱਤਰਾਂ ਦੀ, ਭਾਈ ਸਾਧੂ ਜੀ ਤੇ ਭਾਈ ਰੂਪੇ ਜੀ ਦੀ ਇਹ ਸ਼ਰਧਾ ਅਤੇ ਪ੍ਰੇਮ ਉੱਤੇ ਗੁਰੂ ਸਾਹਿਬ ਜੀ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਇਹ ਤਰਖਾਣਾਂ ਦਾ ਕੰਮ ਛੱਡ ਦੇਵੋ, ਗੁਰੂ ਘਰ ਦੀ ਦੇਗ ਵਰਤਾਇਆ ਕਰੋ। ਰਿੱਧੀਆਂ ਸਿੱਧੀਆਂ ਤੁਹਾਡੇ ਪਿੱਛੇ ਲੱਗੀਆਂ ਫਿਰਨਗੀਆਂ। ਭਾਈ ਸਾਧੂ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਹੇ ਮਹਾਰਾਜ, ਸਾਨੂੰ ਸਿੱਖੀ ਦੀ ਦਾਤ ਬਖਸ਼ੋ ਤਾਂ ਜੋ ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇ। ਆਪ ਜੀ ਸਾਡੇ ਸਹਾਈ ਬਣੋ ਤਾਂ ਅਸੀਂ ਨਿੱਤ ਹੀ ਗੁਰੂ ਕੀ ਦੇਗ ਵਰਤਾਇਆ ਕਰਾਂਗੇ। ਗੁਰੂ ਜੀ ਨੇ ਕਿਹਾ, ਤੁਸੀਂ ਇੱਕ ਨਵਾਂ ਪਿੰਡ ਵਸਾਵੋ, ਤੁਹਾਡੀ ਵੰਸ਼ ਬਹੁਤ ਹੀ ਵਧੂਗੀ। ਭਾਈ ਰੂਪੇ ਜੀ ਨੂੰ ਗੁਰੂ ਜੀ ਨੇ ਆਪਣਾ ਇੱਕ ਬਸਤਰ ਅਤੇ ਸ਼ਾਸਤਰ ਤੇਗਾ ਦਿੱਤਾ, ਜੋ ਉਸਨੇ ਬੜੀ ਸ਼ਰਧਾ ਨਾਲ ਆਪਣੇ ਸਿਰ ਉੱਪਰ ਰੱਖ ਲਿਆ ਅਤੇ ਬੇਨਤੀ ਕੀਤੀ, ਮਹਾਰਾਜ, ਮੈਂ ਇਹਨਾਂ ਦੀ ਪੂਜਾ ਕਰਾਂਗਾ, ਇਹਨਾਂ ਨੂੰ ਮੈਂ ਧਾਰਨ ਨਹੀਂ ਕਰ ਸਕਦਾ। ਗੁਰੂ ਜੀ ਨੇ ਬਚਨ ਕੀਤਾ, ਜੇ ਤੂੰ ਸਾਡੀ ਬਖਸ਼ਿਸ਼ ਕੀਤੀ ਹੋਈ ਤੇਗ ਧਾਰਨ ਨਹੀਂ ਕਰੇਗਾ ਤਾਂ ਤੇਰੀ ਰਸਨਾ ਹੀ ਤੇਗ ਹੋਵੇਗੀ। ਜੋ ਤੂੰ ਬਚਨ ਕਰੇਗਾ ਉਹ ਸੱਤ ਹੋਵੇਗਾ। ਇਹ ਵਰਦਾਨ ਦੇ ਕੇ ਗੁਰੂ ਜੀ ਉੱਥੋਂ ਘੋੜਾ 'ਤੇ ਸਵਾਰ ਹੋ ਕੇ 4 ਕੋਹ ਦੂਰ ਆ ਗਏ ਅਤੇ ਇੱਕ ਚੰਗੀ ਜਗ੍ਹਾ ਵੇਖ ਕੇ ਡੇਰਾ ਕਰ ਲਿਆ ਅਤੇ ਭਾਈ ਰੂਪ ਚੰਦ ਜੀ ਨੂੰ ਕਿਹਾ ਕਿ ਤੁਸੀਂ ਇਸ ਜਗ੍ਹਾ ਉੱਪਰ ਆਪਣਾ ਇੱਕ ਨਵਾਂ ਪਿੰਡ ਵਸਾ ਲਵੋ। ਉਪਰੰਤ ਗੁਰੂ ਜੀ ਨੇ ਉਸ ਅਸਥਾਨ ਉੱਪਰ ਵਿਸ਼ਰਾਮ ਕੀਤਾ ਅਤੇ ਸਵੇਰੇ ਉੱਠ ਕੇ ਗੁਰੂ ਸਾਹਿਬ ਜੀ ਨੇ ਪਿੰਡ ਦੀ ਮੋਹੜੀ ਗੱਡ ਦਿੱਤੀ ਅਤੇ ਉਸ ਪਿੰਡ ਦਾ ਨਾਮ ਰੂਪਨਗਰ ਰੱਖ ਦਿੱਤਾ। ਇੱਥੇ ਇਹਨਾਂ ਨੇ ਭਾਈ ਰੂਪ ਚੰਦ ਜੀ ਨੇ ਅਤੇ ਭਾਈ ਸਾਧੂ ਜੀ ਨੇ ਆਪਣਾ ਘਰ ਬਣਾਇਆ। ਘਰ ਬਣਾਉਣ ਤੋਂ ਉਪਰੰਤ ਇਸ ਪਿੰਡ ਦਾ ਨਾਂ ਬੜਾ ਹੀ ਪ੍ਰਸਿੱਧ ਹੋਇਆ, ਜੋ ਕਿ ਬੜਾ ਹੀ ਪ੍ਰਸਿੱਧ ਹੈ। ਇਹ ਸੀ ਪ੍ਰਸੰਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ, ਜਿਨ੍ਹਾਂ ਦੇ ਸਿੱਖ ਭਾਈ ਸਾਧੂ ਜੀ ਅਤੇ ਭਾਈ ਰੂਪੇ ਜੀ ਨੇ ਬੜੇ ਹੀ ਸ਼ਰਧਾ ਨਾਲ ਆਪਣੇ ਮਨ ਵਿੱਚ ਵਿਚਾਰ ਲਿਆਂਦਾ ਅਤੇ ਪ੍ਰੇਮ ਸਾਹਿਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਬੇਨਤੀ ਕੀਤੀ ਕਿ ਆਪ ਜੀ ਇਸ ਠੰਡੇ ਜਲ ਨੂੰ ਛਕੋ ਅਤੇ ਸਾਡਾ ਜੀਵਨ ਸਫਲ ਕਰੋ। ਅਤੇ ਕਿਸ ਤਰ੍ਹਾਂ ਪ੍ਰੇਮ ਦੇ ਵਸ ਹੋ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਇੰਨੀਆਂ ਹੀ ਗੱਲਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।